ਦੋਸਤੋ ਸਵਾਗਤ ਹੈ 2 ਮਾਰਕਸ ਦੇ ਕੁਐਸਚਨ ਆਨਸਰ ਸੀਰੀਜ਼ ਦੇ ਅਗਲੇ ਵੀਡੀਓਜ਼ ਦੇ ਵਿੱਚ। ਤੇ ਇਹ ਚੈਪਟਰ ਹੈ ਵਿਦੇਸ਼ ਨੀਤੀ ਫੋਰਨ ਪੋਲਿਸੀ। ਫੋਰਨ ਪੋਲਿਸੀ ਚੋਂ ਇੰਪੋਰਟੈਂਟ ਕੁਐਸਚਨਸ ਹੈਗੇ ਤੇ ਆਓ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ ਵਿਦੇਸ਼ ਨੀਤੀ ਤੋਂ ਤੁਹਾਡਾ ਕੀ ਭਾਵ ਹੈ। ਵਿਦੇਸ਼ ਮਤਲਬ ਫੋਰਨ, ਨੀਤੀ ਮਤਲਬ ਪੋਲਿਸੀ, ਯਾਨੀ ਕਿ ਦੂਸਰੇ ਦੇਸ਼ ਨਾਲ ਵਿਵਹਾਰ ਦੇ ਵਿੱਚ ਅਸੀਂ ਕਿਹੜੀ ਨੀਤੀ ਅਪਣਾਉਂਦੇ ਹਾਂ, ਇਹ ਇਸ ਦੇ ਵਿੱਚ ਹੈ। ਵਿਦੇਸ਼ ਨੀਤੀ ਅਜਿਹੇ ਵਿਵਹਾਰਾਂ ਅਤੇ ਸਿਧਾਂਤਾਂ ਦਾ ਸਮੂਹ ਹੈ। ਕੀ ਹੈ? ਵਿਵਹਾਰਾਂ ਅਤੇ ਸਿਧਾਂਤਾਂ ਦਾ ਸਮੂਹ ਹੈ ਜਿਨ੍ਹਾਂ ਦੁਆਰਾ ਇੱਕ ਰਾਜ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਅਤੇ ਉਹਨਾਂ ਦੇ ਵਿਕਾਸ ਲਈ ਦੂਸਰੇ ਦੇਸ਼ਾਂ ਨਾਲ ਆਪਣੇ ਸੰਬੰਧ ਸਥਾਪਿਤ ਕਰਦਾ ਹੈ। ਯਾਨੀ ਕਿ ਇਹ ਉਹ ਵਿਵਹਾਰ ਜਾਂ ਸਿਧਾਂਤ ਜਾਂ ਪੁਆਇੰਟਸ ਹੈ ਜਾਂ ਪ੍ਰਿੰਸੀਪਲਸ ਹੈ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੋਈ ਵੀ ਦੇਸ਼ ਜਿਹੜਾ ਹੈ ਦੂਸਰੇ ਦੇਸ਼ਾਂ ਨਾਲ ਸੰਬੰਧ ਸਥਾਪਿਤ ਕਰਦਾ ਹੈ। ਅਤੇ ਇੱਥੇ ਇੱਕ ਗੱਲ ਮੈਂਸ਼ਨ ਕਰਾਂਗਾ ਕਿ ਵੀ ਹਰ ਇੱਕ ਦੇਸ਼ ਆਪਣੇ ਹਿੱਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦੂਸਰੇ ਦੇਸ਼ਾਂ ਨਾਲ ਨੀਤੀ ਬਣਾਉਂਦਾ ਹੈ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਭਾਰਤ ਦੀ ਵਿਦੇਸ਼ ਨੀਤੀ ਦੇ ਕੋਈ 2 ਬੁਨਿਆਦੀ ਸਿਧਾਂਤ ਲਿਖੋ। ਅਤੇ ਪਹਿਲਾ ਹੈ ਗੁੱਟ ਨਿਰਲੇਪਤਾ, ਦੂਸਰਾ ਹੈ ਅੰਤਰਰਾਸ਼ਟਰੀ ਸ਼ਾਂਤੀ। ਗੁੱਟ ਨਿਰਲੇਪਤਾ ਯਾਨੀ ਕਿ ਉਸ ਵੇਲੇ ਜਿਹੜੇ 2 ਬਲਾਕ ਸੀਗੇ, ਜਿਹੜੇ 2 ਗੁੱਟ ਸੀਗੇ, USSR ਅਤੇ US ਗੁੱਟ, ਕਿਸੇ 'ਚ ਨਹੀਂ ਮਿਲਣਾ। ਔਰ ਦੂਸਰਾ ਹੈ ਅੰਤਰਰਾਸ਼ਟਰੀ ਸ਼ਾਂਤੀ ਕਾਇਮ ਕਰਨਾ। ਗੁੱਟ ਨਿਰਲੇਪਤਾ ਦੀਆਂ ਕੋਈ 2 ਮੁੱਖ ਵਿਸ਼ੇਸ਼ਤਾਵਾਂ ਲਿਖੋ। ਨੰਬਰ 1 ਹੈ ਅੰਤਰਰਾਸ਼ਟਰੀ ਵਿਵਾਦਾਂ ਤੋਂ ਵੱਖ ਰਹਿਣਾ ਅਤੇ ਸੈਨਿਕ ਗੱਠਜੋੜਾਂ ਦੇ ਮੈਂਬਰ ਨਾ ਬਣਨਾ ਗੁੱਟ ਨਿਰਲੇਪਤਾ ਦੀਆਂ ਵਿਸ਼ੇਸ਼ਤਾਵਾਂ ਹਨ। ਅਤੇ ਇਸ ਦੇ ਨਾਲ ਨਾਲ ਹੀ ਗੁੱਟ ਨਿਰਲੇਪਤਾ ਦੀ ਹੋਰ ਵਿਸ਼ੇਸ਼ਤਾ ਹੈ ਕਿ ਵੀ ਇੱਕ ਬਫਰ ਦੇ ਤੌਰ 'ਤੇ ਕੰਮ ਕਰਨਾ ਤਾਂ ਕਿ ਜਿਹੜਾ ਅੰਤਰਰਾਸ਼ਟਰੀ ਲੈਵਲ 'ਤੇ ਜਿਹੜੇ ਵੱਡੇ ਝਗੜੇ ਹੋ ਰਹੇ ਸੀਗੇ, ਹੋਰ ਯੁੱਧਾਂ ਨੂੰ ਟਾਲਣਾ ਵੀ ਗੁੱਟ ਨਿਰਲੇਪਤਾ ਦੀ ਨੀਤੀ ਸੀਗੀ। ਅਗਲਾ ਪ੍ਰਸ਼ਨ ਹੈ ਨਵੀਂ ਅੰਤਰਰਾਸ਼ਟਰੀ ਅਰਥ ਵਿਵਸਥਾ ਤੋਂ ਤੁਹਾਡਾ ਕੀ ਭਾਵ ਹੈ। ਨਿਊ ਇੰਟਰਨੈਸ਼ਨਲ ਇਕਨੋਮਿਕ ਪੋਲਿਸੀ ਤੋਂ ਤੁਹਾਡਾ ਕੀ ਭਾਵ ਹੈ। ਅਤੇ ਵਿਕਾਸਸ਼ੀਲ ਦੇਸ਼ ਪਹਿਲਾਂ ਤੋਂ ਹੀ ਸਥਾਪਿਤ ਅਰਥ ਵਿਵਸਥਾ ਨੂੰ ਖਤਮ ਕਰਕੇ ਨਿਆਂ 'ਤੇ ਆਧਾਰਿਤ ਨਵੀਂ ਅੰਤਰਰਾਸ਼ਟਰੀ ਅਰਥ ਵਿਵਸਥਾ ਸਥਾਪਿਤ ਕੀਤੇ ਜਾਣ ਦੇ ਹੱਕ ਵਿੱਚ ਹਨ ਅਤੇ ਭਾਰਤ ਇਸ ਉਦੇਸ਼ ਦੀ ਪੂਰਤੀ ਵਿੱਚ ਵਿਕਾਸਸ਼ੀਲ ਰਾਸ਼ਟਰਾਂ ਦਾ ਮੋਹਰੀ ਦੇਸ਼ ਹੈ। ਅਤੇ ਨਵੀਂ ਅਰਥ ਵਿਵਸਥਾ ਉਹ ਅਰਥ ਵਿਵਸਥਾ ਹੈ ਜਿਸ ਦੇ ਵਿੱਚ ਜਿਹੜੀ ਐਜ ਮਿਲੀ ਹੋਈ ਹੈ, ਜਿਹੜੀ ਬੜ੍ਹਤ ਮਿਲੀ ਹੋਈ ਹੈ ਪੱਛਮੀ ਦੇਸ਼ਾਂ ਨੂੰ, ਵਿਕਸਿਤ ਦੇਸ਼ਾਂ ਨੂੰ, ਉਸ ਨੂੰ ਖਤਮ ਕਰਕੇ ਇੱਕ ਨਵੀਂ ਅੰਤਰਰਾਸ਼ਟਰੀ ਅਰਥ ਵਿਵਸਥਾ ਸਥਾਪਿਤ ਕੀਤੀ ਜਾਣ ਦੀ ਗੱਲ ਕੀਤੀ ਗਈ ਇਸ ਦੇ ਵਿੱਚ। ਅਗਲਾ ਪ੍ਰਸ਼ਨ ਹੈ ਭਾਰਤ ਦੀ ਪੂਰਬ ਦੇ ਦੇਸ਼ਾਂ ਪ੍ਰਤੀ ਕੀ ਨੀਤੀ ਹੈ। ਤਾਂ ਉੱਤਰ ਹੈ ਲੰਮੇ ਸਮੇਂ ਤੱਕ ਭਾਰਤ ਦਾ ਝੁਕਾਵ ਪੱਛਮੀ ਦੇਸ਼ਾਂ ਵੱਲ ਰਿਹਾ ਸੀ, ਜਦਕਿ ਅੱਜ ਭਾਰਤ ਦੁਆਰਾ ਪੂਰਬ ਦੇ ਦੇਸ਼ਾਂ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਗਿਆ ਹੈ ਅਤੇ ਪੂਰਬ ਵੱਲ ਦੇਖੋ ਦੀ ਨੀਤੀ ਅਪਣਾਈ ਗਈ ਹੈ। ਇਸ ਦਾ ਮਤਲਬ ਇਹ ਹੋ ਗਿਆ ਕਿ ਪੂਰਬੀ ਦੇਸ਼ ਜਿਹੜੇ ਗੁਆਂਢੀ ਦੇਸ਼ ਹੈ ਭਾਰਤ ਦੇ ਨਾਲ ਲੱਗਦੇ ਹੋਰ ਦੂਸਰੀ ਅਫਰੀਕਨ ਜਾਂ ਫਿਰ ਅਮੈਰੀਕਨ ਪੂਰਬੀ ਦੇਸ਼ ਹੈਗੇ, ਉਹਨਾਂ ਦੇ ਨਾਲ ਅੱਛੇ ਸੰਬੰਧ ਸਥਾਪਿਤ ਕਰਨਾ ਅਤੇ ਉਹਨਾਂ ਦੇ ਨਾਲ ਵਪਾਰਿਕ ਸੰਬੰਧ ਸਥਾਪਿਤ ਕਰਨਾ, ਇੱਕ ਦੂਸਰੇ ਦੀ ਹੈਲਪ ਕਰਨਾ, ਇਹ ਪੂਰਬ ਵੱਲ ਦੇਖੋ ਦੀ ਨੀਤੀ ਵਿੱਚ ਸ਼ਾਮਿਲ ਕੀਤੀ ਗਈ ਹੈ। ਅਗਲਾ ਪ੍ਰਸ਼ਨ ਹੈ ਭਾਰਤ ਦਾ ਸੰਯੁਕਤ ਰਾਸ਼ਟਰ ਪ੍ਰਤੀ ਕੀ ਦ੍ਰਿਸ਼ਟੀਕੋਣ ਹੈ। ਅਤੇ ਭਾਰਤ ਸੰਯੁਕਤ ਰਾਸ਼ਟਰ ਦ੍ਰਿਸ਼ਟੀਕੋਣ ਲੈ ਕੇ ਬਹੁਤ ਆਸ਼ਾਵਾਨ ਹੈ ਅਤੇ ਭਾਰਤ ਹਰ ਖੇਤਰ ਵਿੱਚ ਸੰਯੁਕਤ ਰਾਸ਼ਟਰ ਨਾਲ ਸਹਿਯੋਗ ਕਰਨ ਦੇ ਹੱਕ ਦੇ ਵਿੱਚ ਹੈ ਔਰ ਕਰਦਾ ਹੈ, ਕਿਉਂਕਿ ਭਾਰਤ ਮਹਿਸੂਸ ਕਰਦਾ ਹੈ ਕਿ ਸੰਸਾਰ ਸ਼ਾਂਤੀ ਦੀ ਸਥਾਪਨਾ ਲਈ ਸੰਯੁਕਤ ਰਾਸ਼ਟਰ ਦਾ ਮਜ਼ਬੂਤ ਹੋਣਾ ਬਹੁਤ ਹੀ ਜ਼ਰੂਰੀ ਹੈ। ਅਗਲਾ ਪ੍ਰਸ਼ਨ ਹੈ ਭਾਰਤ ਦੀ ਨਿਸ਼ਸਤਰੀਕਰਨ ਪ੍ਰਤੀ ਕੀ ਨੀਤੀ ਹੈ। ਭਾਰਤ ਹਥਿਆਰਾਂ ਦੀ ਦੌੜ ਨੂੰ ਸੀਮਿਤ ਕਰਨਾ ਚਾਹੁੰਦਾ ਹੈ, ਇੱਥੋਂ ਤੱਕ ਕਿ ਖਤਮ ਕਰਨਾ ਚਾਹੁੰਦਾ ਹੈ ਅਤੇ ਵਿਸ਼ਵਾਸ ਰੱਖਦਾ ਹੈ ਕਿ ਵੀ ਭਾਰਤ ਹਥਿਆਰਾਂ ਦੀ ਦੌੜ ਖਤਮ ਜੇ ਹੋ ਜਾਏਗੀ ਤਾਂ ਵਿਸ਼ਵ ਸ਼ਾਂਤੀ ਜ਼ਿਆਦਾ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ, ਕਿਉਂਕਿ ਭਾਰਤ ਮਹਿਸੂਸ ਕਰਦਾ ਹੈ ਕਿ ਹਥਿਆਰ ਸੰਸਾਰ ਸ਼ਾਂਤੀ ਲਈ ਖਤਰਾ ਹਨ ਅਤੇ ਭਾਰਤ ਚਾਹੁੰਦਾ ਹੈ ਕਿ ਸਾਰੇ ਦੇਸ਼ਾਂ ਨੂੰ ਨਿਸ਼ਸਤਰੀਕਰਨ ਪ੍ਰਤੀ ਵਚਨਬੱਧਤਾ ਪ੍ਰਗਟ ਕਰਨੀ ਚਾਹੀਦੀ ਹੈ। ਅਗਲਾ ਪ੍ਰਸ਼ਨ ਹੈ ਪੰਚਸ਼ੀਲ ਤੋਂ ਤੁਹਾਡਾ ਕੀ ਭਾਵ ਹੈ। ਅਤੇ ਪੰਚਸ਼ੀਲ ਮਤਲਬ 5.5 ਮੀਲ ਦੇ ਪੱਥਰ, 5 ਪੁਆਇੰਟਸ, ਰਾਈਟ। ਚੀਨ ਅਤੇ ਭਾਰਤ ਦੁਆਰਾ 1954 ਵਿੱਚ ਇੱਕ ਸਮਝੌਤਾ 'ਤੇ ਦਸਤਖਤ ਕੀਤਾ ਗਿਆ ਸੀਗਾ। ਇਸ ਵਿੱਚ ਸ਼ਾਮਲ 5 ਸਿਧਾਂਤਾਂ ਨੂੰ ਪੰਚਸ਼ੀਲ ਕਿਹਾ ਜਾਂਦਾ ਹੈ। ਪੰਚਸ਼ੀਲ, 5 ਸਿਧਾਂਤ, 5 ਪੁਆਇੰਟ ਮਿਲਣ ਵਰਤਨ 'ਤੇ, ਯਾਨੀ ਕਿ ਇਹ ਐਗਰੀਮੈਂਟ ਸੀ ਜੋ ਕਿ ਭਾਰਤ ਔਰ ਚੀਨ ਦੇ ਵਿੱਚ ਹੋਇਆ 1954 ਵਿੱਚ। ਅਗਲਾ ਹੈ ਭਾਰਤ ਦਾ ਆਤੰਕਵਾਦ ਪ੍ਰਤੀ ਕੀ ਦ੍ਰਿਸ਼ਟੀਕੋਣ ਹੈ। ਅਤੇ ਭਾਰਤ ਲੰਬੇ ਸਮੇਂ ਤੋਂ ਆਤੰਕਵਾਦ ਨਾਲ ਜੂਝ ਰਿਹਾ ਹੈ।
ਆਤੰਕਵਾਦ ਦਾ ਸ਼ਰਾਪ ਭੋਗ ਰਿਹਾ ਹੈ ਅਤੇ ਇਸ ਦੇ ਨਤੀਜੇ ਵਜੋਂ ਭਾਰਤ ਨੂੰ ਵਿਆਪਕ ਪੱਧਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਇਸ ਕਰਕੇ ਭਾਰਤ ਆਤੰਕਵਾਦ ਵਿਰੁੱਧ ਅੰਤਰਰਾਸ਼ਟਰੀ ਪੱਧਰ 'ਤੇ ਇਕਜੁੱਟ ਹੋ ਕੇ ਸੰਘਰਸ਼ ਕੀਤੇ ਜਾਣ ਦੇ ਹੱਕ ਵਿੱਚ ਹੈ। ਅਤੇ ਇਸ ਲਈ ਭਾਰਤ ਚਾਹੁੰਦਾ ਹੈ ਕਿ ਪੂਰੀ ਦੁਨੀਆ ਤੋਂ, ਪੂਰੇ ਸੰਸਾਰ ਤੋਂ ਆਤੰਕਵਾਦ ਖਤਮ ਹੋ ਜਾਵੇ ਅਤੇ ਉਸ ਦੇ ਲਈ ਭਾਰਤ ਦੂਸਰੇ ਦੇਸ਼ਾਂ ਨਾਲ ਇਕਜੁੱਟਤਾ ਕਰਨਾ ਚਾਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਸੁਰੱਖਿਆ ਪਰਿਸ਼ਦ ਦੀ ਸਥਾਈ ਸੀਟ ਲਈ ਦਾਅਵਾ ਕਿਉਂ ਕਰਦਾ ਹੈ? ਸਭ ਤੋਂ ਪਹਿਲੀ ਗੱਲ ਹੈ ਕਿ ਭਾਰਤ ਦੁਨੀਆ ਦਾ, ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਰਾਜ ਹੈ। ਭਾਰਤ ਦੀ ਅਰਥ ਵਿਵਸਥਾ ਸਥਿਰ ਅਤੇ ਮਜ਼ਬੂਤ ਅਰਥ ਵਿਵਸਥਾ ਹੈ। ਭਾਰਤ ਦੁਆਰਾ ਸੰਯੁਕਤ ਰਾਸ਼ਟਰ ਨੂੰ ਆਪਣੇ ਉਦੇਸ਼ਾਂ ਦੀ ਪੂਰਤੀ ਵਿੱਚ ਭਰਪੂਰ ਸਹਿਯੋਗ ਮਿਲਦਾ ਹੈ ਜਾਂ ਦਿੰਦਾ ਹੈ। ਵਰਤਮਾਨ ਅੰਤਰਰਾਸ਼ਟਰੀ ਸਥਿਤੀ ਸੰਯੁਕਤ ਰਾਸ਼ਟਰ ਦੀ ਬਣਤਰ ਵਿੱਚ ਪਰਿਵਰਤਨ ਦੀ ਮੰਗ ਕਰਦੀ ਹੈ। ਇਸ ਲਈ ਭਾਰਤ ਜਿਹੜਾ ਹੈ ਇਸ ਸੀਟ ਦਾ ਪ੍ਰਮੁੱਖ ਦਾਅਵੇਦਾਰ ਹੈ। ਇਸ ਤੋਂ ਇਲਾਵਾ ਹੋਰ ਵੀ ਦਾਅਵੇਦਾਰ ਹੈਗੇ, ਪਰ ਭਾਰਤ ਜਿੰਨੀ ਆਬਾਦੀ, ਭਾਰਤ ਜਿੰਨੀ ਸੈਨਿਕ ਸ਼ਕਤੀ, ਭਾਰਤ ਜਿੰਨੀ ਵਿਕਸਿਤ ਉਹ ਦੂਸਰੇ ਦੇਸ਼ ਨਹੀਂ ਹਨ ਕੰਪੈਰੇਟਿਵਲੀ, ਅਤੇ ਇਸ ਲਈ ਭਾਰਤ ਦੀ ਦਾਅਵੇਦਾਰੀ ਬਣਦੀ ਹੈ। ਇਹ ਸਨ ਕੁਐਸਚਨ। ਮਿਲਦੇ ਹਨ ਨੈਕਸਟ ਵੀਡੀਓ 'ਚ। ਥੈਂਕ ਯੂ।